ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ। ਮਾਰੂ ਮਹੱਲਾ ਤੀਜਾ। ਆਦਿ ਜੁਗਾਦ ਦਿਆਪਤ ਦਾਤਾ, ਪੂਰੇ ਗੁਰ ਕੈ ਸ਼ਬਦ ਪਛਾਤਾ। ਫਰਮਾਨ ਕਰ ਰਹੇ ਹਨ ਸਤਿਗੁਰੂ ਪਾਤਸ਼ਾਹ, ਹੈ ਪ੍ਰਭੂ, ਜਗਤ ਦੇ ਸ਼ੁਰੂ ਤੋਂ, ਜੁਗਾਂ ਦੇ ਸ਼ੁਰੂ ਤੋਂ ਦਇਆ ਦਾ ਮਾਲਕ ਹੈ। ਸਾਰੇ ਸੁੱਖ ਪਦਾਰਥ ਦੇਣ ਵਾਲਾ ਹੈ। ਪੂਰੇ ਗੁਰੂ ਦੇ ਸ਼ਬਦ ਦੀ ਰਾਹੀਂ ਤੇਰੇ ਨਾਲ ਜਾਣ ਪਛਾਣ ਬਣ ਸਕਦੀ ਹੈ। ਤੁਧ ਨੋ ਸੇਵਹਿ ਸੇ ਤੁਝਹਿ ਸਮਾਵਹਿ, ਤੂੰ ਆਪੇ ਮੇਲ ਮਿਲਾਏਂਦਾ। ਜਿਹੜੇ ਮਨੁੱਖ ਤੇਰੀ ਸੇਵਾ ਤੇ ਭਗਤੀ ਕਰਦੇ ਹਨ, ਉਹ ਤੇਰੇ ਚਰਨਾਂ ਵਿੱਚ ਲੀਨ ਰਹਿੰਦੇ ਹਨ। ਤੂੰ ਆਪ ਹੀ ਉਹਨਾਂ ਨੂੰ ਗੁਰੂ ਨਾਲ ਮਿਲਾ ਕੇ ਤੇ ਆਪਣੇ ਨਾਲ ਮਿਲਾਉਂਦਾ ਹੈ। ਫਿਰ ਫਰਮਾਨ ਹੈ, ਅਗਮ ਅਗੋਚਰ ਕੀਮਤ ਨਹੀਂ ਪਾਈ, ਜੀ ਜੰਤ ਤੇਰੀ ਸਰਨਾਈ। हे ਪ੍ਰਭੂ, ਤੂੰ ਅਪਹੁੰਚ ਹੈ। ਗਿਆਨ ਇੰਦਰੀਆਂ ਦੀ ਰਾਹੀਂ ਤੇਰੀ ਸੂਝ ਨਹੀਂ ਪੈ ਸਕਦੀ, ਤੇਰੀ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ। ਕਿਸੇ ਦੁਨਿਆਵੀ ਪਦਾਰਥ ਦੇ ਵੱਟੇ ਤੇਰੀ ਪ੍ਰਾਪਤੀ ਨਹੀਂ ਹੋ ਸਕਦੀ। ਜੇ ਕੋਈ ਵੀ ਚੀਜ਼ ਹੋਵੇ ਦੁਨਿਆਵੀ ਪਦਾਰਥ, ਜੇ ਕੋਈ ਕਵੇ ਵੀ ਮੈਂ ਉਹਦੇ ਵੱਟੇ ਪਰਮਾਤਮਾ ਨੂੰ ਪ੍ਰਾਪਤ ਕਰ ਲਵਾਂ, ਨਹੀਂ ਮਿਲਦਾ। ਜਿਵੇਂ ਫਰਮਾਨ ਹੈ ਕਬੀਰ ਸਾਹਿਬ ਦਾ, ਮਨ ਦੇ ਰਾਮ ਲਿਆ ਹੈ ਮੂਲ। ਮਨ ਦੇ ਵੱਟੇ ਪਰਮਾਤਮਾ ਮਿਲਦਾ ਹੈ। ਮਨ ਆਪਦਾ ਗੁਰੂ ਦੇ ਅਰਪਣ ਕਰਨਾ ਪੈਂਦਾ ਹੈ ਤੇ ਫਿਰ ਉਹਦੇ ਵੱਟੇ ਪਰਮਾਤਮਾ ਮਿਲਦਾ ਹੈ। ਨਾ ਕੋਈ ਜਿੰਨੀਆਂ ਵਸਤੂਆਂ ਅਸੀਂ ਮਰਜ਼ੀ ਚੜਾਈਏਗੀ, ਇਹਨਾਂ ਨਾਲ ਨਹੀਂ ਮਿਲਦਾ। ਤਾਂ ਫਿਰ ਫਰਮਾਨ ਹੈ, ਜਿਉਂ ਤੁਧ ਭਾਵੈ ਤਿਵੈ ਚਲਾਵਹਿ, ਤੂੰ ਆਪੇ ਮਾਰਗ ਪਾਏਂਦਾ। ਸਾਰਿਆਂ ਨੂੰ ਤੇਰਾ ਹੀ ਆਸਰਾ, ਸਾਰੇ ਜੀਵਾਂ ਤੇਰੇ ਹੀ ਆਸਰੇ ਹਨ। ਤੇਰਾ ਓਟ ਆਸਰਾ ਸਾਰੇ ਜੀਵਾਂ ਨੂੰ। ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤੂੰ ਜੀਵਾਂ ਨੂੰ ਕਾਰੇ ਲਾਉਂਦਾ ਹੈ। ਤੂੰ ਆਪ ਹੀ ਜੀਵਾਂ ਨੂੰ ਸਹੀ ਜੀਵਨ ਰਾਹ ਉੱਤੇ ਤੋਰਦਾ ਹੈ। ਫਿਰ ਫਰਮਾਨ ਹੈ ਭੀ ਸਾਚਾ ਹੋਸੀ ਸੋਈ, ਆਪੇ ਸਾਜੇ ਅਵਰ ਨਾ ਕੋਈ। हे ਭਾਈ, ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਇਸ ਵੇਲੇ ਵੀ ਮੌਜੂਦ ਹੈ ਤੇ ਉਹੀ ਸਦਾ ਕਾਇਮ ਰਹੇਗਾ। ਸਦਾ ਕਾਇਮ ਰਹਿਣ ਵਾਲਾ ਹੈ, ਮੌਜੂਦ ਵੀ ਹੈ ਤੇ ਸਦਾ ਕਾਇਮ ਵੀ ਰਹੇਗਾ। ਉਹ ਆਪ ਹੀ ਸ੍ਰਿਸ਼ਟੀ ਦਾ ਪੈਦਾ ਕਰਦਾ ਹੈ ਤੇ ਉਸ ਤੋਂ ਬਿਨਾਂ ਪੈਦਾ ਕਰਨ ਵਾਲਾ ਕੋਈ ਹੋਰ ਨਹੀਂ ਹੈ। ਸਭਨਾ ਸਾਰ ਕਰੇ ਸੁਖ ਦਾਤਾ, ਆਪੇ ਰਿਜ਼ਕ ਪਹੁੰਚਾਏਦਾ। ਕਹਿੰਦੇ ਉਹ ਸਾਰੇ ਸੁੱਖ ਦੇਣ ਵਾਲਾ ਪਰਮਾਤਮਾ ਆਪ ਹੀ ਸਭ ਜੀਵਾਂ ਦੀ ਸੰਭਾਲ ਕਰਦਾ ਹੈ, ਆਪ ਸੰਭਾਲ ਕਰਦਾ ਹੈ।
ਤੇ ਉਹ ਆਪ ਹੀ ਸਭ ਨੂੰ ਰਿਜ਼ਕ ਅਪਣਾਉਂਦਾ ਹੈ। ਜਿਹੜਾ ਮੰਨ ਲਓ ਇਹ ਭੁਲੇਖਾ ਰਹਿ ਜਾਵੇ ਵੀ ਮੈਂ ਫਲਾਣੇ ਨੂੰ ਮੈਂ ਕਮਾਈ ਕਰਦਾ ਤੇ ਮੇਰੇ ਤੋਂ ਬਿਨਾਂ ਕੋਈ ਪਾਲਣ ਪੋਸ਼ਣ ਨਹੀਂ ਕਰ ਸਕਦਾ, ਇਹ ਮਨ ਦਾ ਜਿਹੜਾ ਭੁਲੇਖਾ ਪੜਦਾ ਹੈ ਇਹ ਕਿਵੇਂ ਦੂਰ ਹੋ ਸਕਦਾ ਹੈ? ਇਹ ਸਮਝ ਕੇ ਵੇਖੋ ਵੀ ਉਸ ਅਕਾਲ ਪੁਰਖ ਨੇ ਇਹ ਧਰਤੀ, ਹਵਾ, ਪਾਣੀ ਇਹ ਸਾਰਾ ਕੁਛ ਬਣਾਇਆ ਹੈ, ਤਾਂ ਫਿਰ ਰਹਿਣ ਯੋਗ ਇਹ ਸਾਰਾ ਕੁਛ ਹੈ ਨਾ, ਫਿਰ ਇੱਥੇ ਕਮਾਈ ਕਰਨ ਯੋਗ ਸਭ ਕੁਛ ਹੈ ਨਾ। ਜੇ ਉਹ ਇਹ ਚੀਜ਼ਾਂ ਨਾ ਬਣਾਉਂਦਾ ਤਾਂ ਫਿਰ ਕਿਵੇਂ ਕੋਈ ਕਮਾਈ ਕਰ ਸਕਦਾ, ਕਿਵੇਂ ਕੋਈ ਸਾਹ ਲੈ ਸਕਦਾ ਜੇ ਹਵਾ ਹੀ ਨਾ ਬਣਾਉਂਦਾ ਤਾਂ। ਇਸ ਕਰਕੇ ਸਮਝ ਲਓ ਪਿੱਛੇ ਮੁੱਢ ਦੇ ਪਿੱਛੇ ਉਹ ਆਪ ਖੜਾ ਹੈ। ਮੁੱਢ ਹੈ ਜਿਹੜਾ ਉਹ ਅਕਾਲ ਪੁਰਖ ਪਰਮੇਸ਼ਰ ਆਪ ਹੈ, ਉਹੀ ਉਹਦਾ ਸਭ ਕੁਛ ਬਣਾਇਆ ਹੋਇਆ ਹੈ। ਤਾਂ ਇਸੇ ਕਰਕੇ ਫਿਰ ਹੀ ਸਭ ਕੁਛ ਬੰਦਾ ਕਰਦਾ ਹੈ। ਇਹ ਧਰਤੀ ਹੈ ਤਾਂ ਧਰਤੀ ਦੇ ਉੱਤੇ ਰਹਿ ਕੇ ਸਾਰੇ ਕਾਰੋਬਾਰ ਹੋ ਰਹੇ ਹੈ ਨਾ। ਜੇ ਧਰਤੀ ਨਾ ਹੁੰਦੀ ਤਾਂ ਫਿਰ ਕਿੱਥੇ ਕਾਰੋਬਾਰ ਕਰ ਲੈਂਦਾ? ਫਿਰ ਕਿਵੇਂ ਆਪਦੇ ਪਰਿਵਾਰ ਨੂੰ, ਜਿਵੇਂ ਤੂੰ ਕਹਿ ਦਿੰਦਾ ਵੀ ਮੈਂ ਪਾਲਦਾ, ਫਿਰ ਕਿਵੇਂ ਪਾਲ ਲੈਂਦਾ? ਇਸ ਕਰਕੇ ਉਹ ਅਕਾਲ ਪੁਰਖ ਪਰਮੇਸ਼ਰ ਸੰਭਾਲ ਕਰਦਾ ਹੈ ਤੇ ਉਹੀ ਸਾਨੂੰ ਪਾਲਦਾ ਹੈ, ਕਿਉਂਕਿ ਉਹਨੇ ਰਹਿਣ ਯੋਗ ਸਭ ਕੁਛ ਇਹ ਬਣਾਇਆ, ਤਾਂ ਹੀ ਅਸੀਂ ਪਲ ਰਹੇ ਹਾਂ। ਤਾਂ ਫਿਰ ਫਰਮਾਨ ਹੈ, ਅਗਮ ਅਗੋਚਰ ਅਲਖ ਅਪਾਰ, ਕੋਈ ਨਾ ਜਾਣੈ ਤੇਰਾ ਪਰਵਾਰ। हे प्रभु तू अपहुँच है, तू अगोचर है, तू अलख है, तू बेअंत है, कोई भी जान नहीं सकता कि तेरा किड्डा वड्डा परिवार है, ये कोई नहीं जान सकता। अपने आप नूं, अपनी बुजुर्गी नूं तू आप ही समझदा है, अपना आप पछाणे, आपे गुरमती आप बुझाएंदा। गुरु की मत दे के तू आप ही जीवां नूं सही जीवन रस्ता समझाउणा है। पाताल पुरिया लो आकारा, तिस विच वरतै हुक्म करारा। कहंदे हे भाई अनेकां पाताल, अनेकां पुरियां, अनेकां मंडल, ये सारा दिसदा जगत परमात्मा दा पैदा किया होया है। इस विच परमात्मा दा करड़ा हुक्म जगत दी कार चला रहा है, जगत के सिस्टम नूं चला रहा है, उहदा अकाल पुरख दा करड़ा हुक्म है। फिर फरमान है, हुक्मे साजे हुक्मे टाहे, हुक्मे मेल मिलाएंदा। इस सारे जगत नूं परमात्मा अपने हुक्म विच पैदा करता है, हुक्म विच ही ढाउंदा है, हुक्म अनुसार ही जीवां नूं गुरु नाल मिल के अपने चरनां विच जोड़दा है। फिर फरमान है, हुक्म बूझै सो हुक्म सलाहे, अगम अगोचर वे प्रवाहे। हे अपहुँच, हे अगोचर, हे वे प्रवाह, जिहड़ा मनुख तेरे हुक्म नूं समझ लैंदा है वो उस हुक्म की शोभा करता है, वडियाई करता है। हे प्रभु तू जिहो जिही मत किसी मनुख नूं दिंदा है ओहो जिहा ही बन जाता है। जे जी तू किसी नूं मत दिंदा ओहो जिहा ही बन जाता है। ये सब तेरी खेड ही है। फिर फरमान है, जे ही मत दे तो जे ही मत देह
सो होवै तू आपे शब्द बुझाएंदा। तू आप ही फिर मत दे के ਜਿਹੜੀ ਚੀਜ਼ ਤੈਨੂੰ ਚੰਗੀ ਲੱਗਦੀ ਹੈ ਉਹ ਜੀ ਮਤ ਤੂੰ ਦਿੰਦਾ ਹੈ, ਅਤੇ ਤੂੰ ਆਪ ਹੀ ਗੁਰੂ ਦੇ ਸ਼ਬਦ ਵਿੱਚ ਮਨੁੱਖ ਨੂੰ ਜੋੜ ਕੇ ਉਸ ਨੂੰ ਆਪਣੇ ਹੁਕਮ ਦੀ ਸੂਝ ਬਖਸ਼ਦਾ ਹੈ। ਫਿਰ ਫਰਮਾਨ ਹੈ, ਅਨ ਦਿਨ ਆਰਜਾ ਛਿਜਦੀ ਜਾਏ, ਰੈਣ ਦਿਨ ਦੋਏ ਸਾਖੀ ਆਏ। ਕਹਿੰਦੇ ਹੇ ਭਾਈ, ਹਰ ਰੋਜ਼ ਹਰ ਵੇਲੇ ਮਨੁੱਖ ਦੀ ਉਮਰ ਘਟਦੀ ਜਾਂਦੀ ਹੈ, ਛਿਜਦੀ ਜਾਂਦੀ ਹੈ। ਆਰਜਾ ਮਤਲਬ ਉਮਰ, ਆਰਜਾ ਉਮਰ ਨੂੰ ਕਹਿੰਦੇ ਹੈ। ਛਿਜਦੀ ਜਾਂਦੀ, ਜਿਵੇਂ ਕੱਪੜਾ ਛਿਜਦਾ ਜਾਂਦਾ ਨਾ ਘਸ ਘਸ ਕੇ, ਉਵੇਂ ਕਹਿੰਦੇ ਹਰ ਰੋਜ਼ ਹਰ ਵੇਲੇ ਇੱਕ ਇੱਕ ਸਕਿੰਟ ਕਰਕੇ ਵੀ ਇਹ ਸਵਾਸ ਘਟ ਰਹੇ ਹੈ, ਘਟਦੀ ਜਾਂਦੀ ਹੈ। ਰਾਤ ਅਤੇ ਦਿਨ ਇਹ ਦੋਵੇਂ ਇਸ ਗੱਲ ਦੇ ਗਵਾਹ ਹਨ, ਇਸ ਗੱਲ ਦੇ ਵੀ ਇਹ ਉਮਰ ਘਟਦੀ ਹੈ, ਅਤੇ ਇਸ ਗੱਲ ਦੇ ਦਿਨ ਅਤੇ ਰਾਤ ਆ ਜਿਹੜੇ ਗਵਾਹ। ਗਵਾਹ ਕਿਵੇਂ? ਮੰਨ ਲਓ ਹੁਣ ਜਦੋਂ ਆਪਾਂ ਕਹਿ ਦਿੰਦੇ ਹਾਂ ਮੇਰੀ ਉਮਰ 40 ਸਾਲ ਦੀ ਹੋ ਗਈ ਤਾਂ ਗਿਣਤੀ ਹੋ ਗਈ ਨਾ। ਇਸ ਕਰਕੇ ਇਹਦੀ ਉਮਰ 50 ਸਾਲ ਦੀ ਹੋ ਗਈ। ਦਿਨ ਅਤੇ ਰਾਤ ਦੇ ਹਿਸਾਬ ਨਾਲ ਹਿਸਾਬ ਕਿਤਾਬ ਹੁੰਦਾ ਨਾ, ਗਿਣੀ ਜਾਂਦੀ ਗਿਣਤੀ। ਕਹਿੰਦੇ ਇਹ ਗਵਾਹ ਹੈ। ਜਿਹੜਾ ਦਿਨ ਰਾਤ ਲੰਘ ਜਾਂਦਾ ਹੈ ਉਹ ਵਾਪਸ ਉਮਰ ਦੇ ਵਿੱਚ ਨਹੀਂ ਆ ਸਕਦਾ। ਰਾਤ ਜਿਹੜੀ ਟੱਪ ਗਈ ਇਹ ਕਦੇ ਵੀ ਨਹੀਂ ਵਾਪਸ ਆਉਣੀ। ਸਮਾਂ ਬੜਾ ਘੱਟ ਹੈ। ਗਿਣਮਾ ਮਿਣਮਾ ਸਮਾਂ ਜਿਹੜਾ ਉਮਰ ਦਾ ਇਹ ਮਿਲਿਆ ਹੋਇਆ ਹੈ। ਇਸ ਕਰਕੇ ਜਿੰਨਾ ਇਹਦੇ ਵਿੱਚ ਇਹਦੇ ਤੋਂ ਸਰੀਰ ਤੋਂ ਕੰਮ ਲਈਦਾ ਹੈ ਇਹ ਤੋਂ ਲੈ ਲਾ। ਐਵੇਂ ਅਜਾਈਂ ਸਮਾਂ ਨਾ ਬਰਬਾਦ ਕਰਿਆ ਕਰ, ਸਮੇਂ ਦੀ ਕਦਰ ਕਰਿਆ ਕਰ। ਇਹ ਸਮਾਂ ਮੁੜ ਕੇ ਹੱਥ ਨਹੀਂ ਆਉਣਾ। ਬੜਾ ਕੀਮਤੀ ਸਮਾਂ ਹੈ। ਕੀਮਤ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਬੰਦੇ ਦੇ ਸਵਾਸ ਪੂਰੇ ਹੋ ਜਾਂਦੇ। ਉਦੋਂ ਜੇ ਕੋਈ ਕਵੇ ਵੀ ਦੁਨੀਆ ਦਾ ਮੈਂ ਇੰਨਾ ਧਨ ਦੇ ਦੂੰ, ਇੰਨੇ ਪਦਾਰਥ ਦੇ ਦੂੰ, ਮੈਂ ਇੰਨੀ ਦੁਨੀਆ ਦੀ ਦੌਲਤ ਦੇ ਦੂੰ, ਅਤੇ ਇਹਦੇ ਕੋਈ 5 ਜਾਂ 1 ਸਵਾਸ ਹੋਰ ਕੋਈ ਦੇ ਦੇਵੇ, ਵਧਾ ਦੇਵੇ, ਤਾਂ ਵਧਾ ਸਕਦਾ? ਨਹੀਂ ਵੱਧਦਾ। ਉਦੋਂ ਪਤਾ, ਉਦੋਂ ਸੋਚ ਕੇ ਵੇਖੋ ਵੀ ਕਿੰਨਾ ਕੀਮਤੀ। ਹੁਣ ਤਾਂ ਆਪਾਂ ਜਿਹੜੇ ਸਵਾਸ ਐਵੇਂ ਅਜਾਈਂ ਆਈ ਲੱਗਦਾ ਵੀ ਇੱਧਰ ਉੱਧਰ ਤੁਰ ਕੇ ਕਿਸੇ ਦੀ ਬੁਰਿਆਈ ਕਰਕੇ ਚੰਗਿਆਈ ਕਰਕੇ ਆਈਂ ਸਮਾਂ ਟਾਈਮ ਪਾਸ ਕਰੀ ਜਾਂਦੇ ਹਾਂ। ਉੱਥੇ ਬਹਿ ਗਏ, ਇੱਧਰ ਹੋ ਗਏ, ਅਤੇ ਇਹ ਸਮਾਂ ਐਵੇਂ ਬੇਫਾਲਤੂ ਦਾ ਗਵਾ ਰਹੇ ਹੈ। ਅਤੇ ਜਦੋਂ ਬੰਦੇ ਦੀ ਮੌਤ ਹੁੰਦੀ ਹੈ ਉਦੋਂ ਸਮਝ ਕੇ ਵੇਖੋ ਵੀ ਕੋਈ ਗੱਲ ਪੁੱਛਣ ਵਾਲੀ ਰਹਿ ਜੇ। ਮੰਨ ਲਓ ਕੋਈ ਖਜ਼ਾਨਾ ਦੱਬਿਆ ਹੋਵੇ, ਪੁੱਛਣ ਵਾਲਾ ਰਹਿ ਜੇ ਵੀ ਕਿੱਥੇ ਦੱਬਿਆ, ਤਾਂ ਫਿਰ ਜੇ ਕੋਈ ਕਵੇ ਵੀ ਕਿੰਨੀ ਮਰਜ਼ੀ ਦੌਲਤ ਲੈ ਲਓ ਅਤੇ ਇਹ ਦੱਸ ਦੇਵੇ ਮੈਨੂੰ ਵੀ ਕਿੱਥੇ ਹੈ ਇੱਕ ਵਾਰੀ, ਤਾਂ ਦੱਸ ਸਕਦਾ? ਨਹੀਂ ਦੱਸ ਸਕਦਾ। ਉਦੋਂ ਪਤਾ ਲੱਗਦਾ ਵੀ ਕਿੰਨਾ ਇਹਦੀ ਕੀ ਕੀਮਤ, ਵੀ ਇਹਦੀ ਕੀਮਤ ਹੈ ਹੀ ਨਹੀਂ ਸਮੇਂ ਦੀ। ਇੱਕ ਸਾਹ ਦੀ ਵੀ ਕੀਮਤ ਨਹੀਂ ਕੋਈ ਦੇ ਸਕਦਾ। ਹੁਣ ਤਾਂ ਐਂ ਲੱਗਦਾ ਵੀ ਹਾਂ ਵਾਧੂ ਮਿਲੇ ਆ ਸਾਹ, ਬਸ ਦਿਨ ਰਾਤ ਸੌਂ ਕੇ ਕੱਢ ਲਈ, ਦਿਨ ਖਾ ਪੀ ਕੇ ਕੱਢ ਲਿਆ, ਬਸ ਨੱਕੀ ਕੰਮ, ਕੋਈ ਪਰਵਾਹ ਨਹੀਂ। ਇਸ ਕਰਕੇ ਸਤਿਗੁਰ ਪਾਤਸ਼ਾਹ ਕਹਿੰਦੇ ਬੜਾ ਇਹ ਬੇਸ਼ੁਮਾਰ ਕੀਮਤੀ ਜਿਹੜਾ ਮਨੁੱਖਾ ਜਨਮ ਹੈ ਇਹਦਾ ਕੋਈ ਮੁੱਲ ਨਹੀਂ ਹੈ। ਇਹਨੂੰ ਅਜਾਈ ਨਾ ਜਾਣ ਦੇ, ਇਹਦੇ ਤੋਂ ਕੰਮ ਲੈ, ਨਾਮ ਸਿਮਰ। ਫਿਰ ਫਰਮਾਨ ਹੈ, ਮਨਮੁਖ ਅੰਧ ਨਾ ਚੇਤੈ ਮੂੜਾ, ਸਿਰ ਉਪਰ ਕਾਲ ਰੁਆਏਂਦਾ। ਪਰ ਕਹਿੰਦੇ ਉਮਰ ਬੀਤਦੀ ਜਾਂਦੀ ਹੈ, ਪਰ ਜਿਹੜਾ ਮਨ ਦੇ ਪਿੱਛੇ ਤੁਰਦਾ
99.9 कह लो सारे मन के पिछे तुरते। कौन गुरु की मत ते तुरदा? जो मन कहता वही करता है ना। सारी खेड ही मन की है ना। बंदा मन के आखी लगता भी अज मेरा जी नहीं करता उठन नूं तो नहीं उठता, जी किया तो आ गया, मन करता भी इधर जाना तो उधर ही जाता ना। इस करके मान लो लखां करोड़ां चों कोई बंदा होगा जग में उत्तम काढ़िए विरले कई के जेड़े कोई गुरु की मत ते तुरन वाला होगा। ज़्यादा मन के पिछे तुरते, पर जेड़े मन के पिछे तुरते उन्हां दा की हुंदा है? सतगुरु पातशाह तो पुछ लीए भी उन्हां दा की हशर हुंदा है। कहंदे मन दा मुरीद ते माया दे मोह दे विच अन्ना होया मूर्ख। मूड़ा किहनूं कहंदे आ? मूर्ख नूं। मूड़ा सिर उपर काल रुआइंदा। कहंदा मूर्ख मनुख, सतगुरु पातशाह कहंदे मूर्ख मनुख इस गल नूं चेते नहीं कर सकदा। किहड़ी गल नूं? भी मेरी उम्र खिसकदी जा रही है, मेरी सवास ये जिंदगी मैनूं बड़ी कीमती मिली है। इस गल नूं, इस गल की कर रहे हैं ना सतगुरु पातशाह। कहंदे इस गल नूं चेते नहीं करदा। ते उधरों कहंदे मौत दा नगारा सिर उत्ते गजदा रहिंदा है। जिवें पहलां भी दस्सिया सी, आई सी ना विचार भी काल जमराज भुतरिया फिरदा वो तां उत्ते, पर जिहड़ा शब्द नूं दे नाल जुड़िया उहदी जरूरत नहीं पैंदी भी मैं दे नेड़े हो जा। कई बारी आपां ये सुनने च भी आउंदा ना भी बंदा एक बारी पूरा हो जाता तो कई बारी कुछ घंटिया बाद फिर जिउंदा भी हो जाता है। ਇਹ ਜਿਹੇ केस कई वेखे भी है ना, सुने भी है तो वेखे भी है। तो वो की हुंदा है ये समझ लो भी ਉਹਦਾ हुक्म हुंदा परमात्मा का। तो वो समझ लो भुलेखे नाल एक नाम दे मान लो लै गए, इक्को नाम दे जिहड़े बंदे हुंदे आ ऐ चक्कर पैंदा। तो वो मान लो कहंदे काल है जिहड़ा वो बड़ा जिहड़ा नाम नहीं सिमरदा उहनूं तो झमुट मार के डर ही नहीं हुंदा उहनूं, ते उहदे ते उदों ही वो आपदा पंजा चला दिंदा। पर जिहड़ा बाणी नाल जिहड़ा शब्द नाल जुड़िया उहदे ते उहदी मौत तां आउणी आउणी है, नहीं भी उहनूं मौत नहीं आउणी, मौत उहनूं आउणी है। पर काल नूं सोचना जिहड़ा जमकाल है जमराज है उहनूं 100 वारी सोचना पऊगा किते भी मैं गलती ना कर दियां। मेरे परमात्मा का प्यारा है, उसकी सिमरन सेवा भगती करता है, किते मेरे तो गलती ना हो जाए भी मैनूं कुछ गलत तरीके ना कह दें कुछ। तो इस करके सतगुरु पातशाह समझा रहे हैं कहते इन्हां गल्लां नूं जिहड़ा मन दे पिछे तुरन वाला है वो नहीं समझदा। तेरे सिर दे उत्ते मौत का नगारा सिर उत्ते गजदा रहिंदा है। मन तन शीतल गुरचरणी लागा, अंतर भरम गया भो भागा। कहते हे भाई जिहड़ा मनुख गुरु की चरनी लगता है उसका मन शांत रहिंदा है, उसका तन शांत रहिंदा है, उसके अंदर टिकी हुई भटकना दूर हो जाती है, भटकना खत्म हो जाती है। जिहड़ी अंदर भटकना है जिहड़ी वो दूर हो जाती है, उसका हरेक किस्म का डर मुक जाता है। भौ भागा, भौ मतलब डर। सदा आनंद सच्चे गुण गावहे, सच बाणी बोलाएंदा। कहते हे भाई ਜਿਹੜੇ ਮਨੁੱਖ गुरु की कृपा नाल सदा कायम रहन वाले परमात्मा के गुण गाउंदे रहंदे हन
ਉਹਨਾਂ ਨੂੰ ਸਦਾ ਆਤਮਿਕ ਆਨੰਦ ਮਿਲਿਆ ਰਹਿੰਦਾ ਹੈ। ਪਰ ਕਹਿੰਦੇ ਜੀਵ ਦੇ ਵੀ ਕੀ ਵੱਸ ਦੀ ਗੱਲ ਹੈ। ਇਹ ਸਿਫਤ ਸਲਾਹ ਦੀ ਬਾਣੀ ਵੀ ਕਹਿੰਦੇ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ ਉਚਾਰਨ ਲਈ ਪ੍ਰੇਰਦਾ ਹੈ। ਅੱਗੇ ਵੀ ਜਾਂ ਸੰਗਤ ਦੇ ਵਿੱਚ ਉਹੀ ਪ੍ਰੇਰ ਕੇ ਲੈ ਕੇ ਆਇਆ, ਨਹੀਂ ਤਾਂ ਕਿਸੇ ਦੀ ਕੀ ਜ਼ਰੂਰਤ ਹੈ ਵੀ ਆ ਜਾਵੇ ਇੱਥੇ। ਉਹ ਪ੍ਰੇਰ ਕੇ ਉਹਨੇ ਪ੍ਰੇਰਿਆ, ਜਾਗੇ, ਇਸ਼ਨਾਨ ਕੀਤਾ, ਫਿਰ ਗੁਰੂ ਦੇ ਚਰਨਾਂ ਦੇ ਵਿੱਚ ਪ੍ਰੇਰ ਕੇ ਲੈ ਕੇ ਆਇਆ। ਇਹਨੂੰ ਮਿਹਰ ਦੀ ਨਿਗਾਹ ਕਹਿੰਦੇ ਆ, ਦ੍ਰਿਸ਼ਟੀ ਕਹਿੰਦੇ ਆ, ਇਹਨੂੰ ਕਿਰਪਾ ਕਹਿੰਦੇ ਆ। ਵੀ ਕਿਰਪਾ ਹੈ ਤਾਂ ਹੀ ਆਏ ਗਿਆ, ਇੱਥੇ ਨਹੀਂ ਤਾਂ ਨਹੀਂ ਆਇਆ ਜਾਂਦਾ। ਜਿਨ ਤੂੰ ਜਾਤਾ ਕਰਮ ਵਿਦਾਤਾ, ਪੂਰੇ ਭਾਗ ਗੁਰ ਸ਼ਬਦ ਪਛਾਤਾ। हे प्रभु, ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ ਹੈ। ਜਿਸ ਮਨੁੱਖ ਨੇ ਤੇਰੇ ਨਾਲ ਸਾਂਝ ਪਾ ਲਈ, ਵੱਡੀ ਕਿਸਮਤ ਨਾਲ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਸਨੇ ਤੈਨੂੰ ਹਰ ਥਾਂ ਵਸਦਾ ਪਛਾਣ ਲਿਆ। ਫਿਰ ਫਰਮਾਨ ਹੈ, ਜਤ ਪਤ ਸੱਚ ਸੱਚਾ ਸੱਚ ਸੋਈ, ਹਉਮੈ ਮਾਰ ਮਿਲਾਏਂਦਾ। ਕਹਿੰਦੇ हे ਭਾਈ, ਜਿਸ ਮਨੁੱਖ ਦੀ ਹਉਮੈ ਮਾਰ ਕੇ ਸਦਾ ਥਿਰ ਪ੍ਰਭੂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਉਸ ਦੀ ਜਾਤ ਉਹ ਆਪ ਹੀ ਬਣ ਜਾਂਦਾ ਹੈ। ਉਸ ਦੀ ਕੁਲ ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ ਹੀ ਬਣ ਜਾਂਦਾ ਹੈ। ਜਿਹਦੀ ਹਉਮੈ ਮਾਰਤੀ ਉਸ ਅਕਾਲ ਪੁਰਖ ਨੇ ਮਾਰ ਕੇ ਆਪਦੇ ਚਰਨਾਂ ਨਾਲ ਮਿਲਾ ਲਿਆ। ਕਹਿਣ ਦਾ ਭਾਵ ਉਹਦੀ ਜਾਤ ਸਮਝ ਲਓ ਪਰਮਾਤਮਾ ਦੀ ਜਾਤ ਹੋ ਗਈ। ਪਰਮਾਤਮਾ ਦੀ ਨਾ ਕੋਈ ਜਾਤ ਹੈ, ਨਾ ਪਤ ਹੈ, ਨਾ ਜਾਤ ਹੈ, ਨਾ ਪਤ ਹੈ। ਪੜ੍ਹਦੇ ਜਾਪ ਸਾਹਿਬ 'ਚ ਕਹਿੰਦੇ ਨਾ ਉਹਦੀ ਫਿਰ ਕੋਈ ਕੁਲ ਹੁੰਦੀ ਹੈ। ਜਿਹੜਾ ਪਰਮਾਤਮਾ ਦਾ ਪਿਆਰਾ, ਜਿਹੜਾ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਜੁੜ ਗਿਆ, ਉਹਦਾ ਸਿਮਰਨ ਭਜਨ ਬੰਦਗੀ ਕਰਦਾ, ਉਹਦੀ ਕੋਈ ਜਾਤ ਨਹੀਂ, ਉਹਦੀ ਕੋਈ ਕੁਲ ਨਹੀਂ। ਇਹ ਸਮਝਾ ਰਿਹਾ ਸਤਿਗੁਰੂ ਪਾਤਸ਼ਾਹ। ਕਹਿੰਦੇ ਉਹ ਸਾਰਾ ਕੁਛ ਪਰਮਾਤਮਾ ਦੀ ਹੁੰਦੀ ਆ ਆਪਦੀ। ਉਹ ਇਹੀ ਕਹਿ ਸਕਦਾ ਜੇ ਉਹਨੂੰ ਕੋਈ ਪੁੱਛੇ ਵੀ ਤੇਰੀ ਕੀ ਜਾਤ ਹੈ, ਤਾਂ ਇਹ 1060 ਅੰਗ ਦੇ ਉੱਤੇ ਜਿਹੜੀ ਪੰਕਤੀ ਹੈ ਉਹ ਇਹੀ ਕਹਿ ਸਕਦਾ ਵੀ ਗੁਰੂ ਸਾਹਿਬ ਨੂੰ ਪੁੱਛ ਲਓ, ਮੇਰੀ ਜਾਤ ਤਾਂ ਜੋ ਪਰਮਾਤਮਾ ਦੀ ਜਾਤ ਹੈ ਉਹ ਮੇਰੀ ਜਾਤ ਹੈ। ਕਿਹੜੀ ਕੋਲ ਹੈ? ਜੋ ਪਰਮਾਤਮਾ ਦੀ ਕੋਲ ਹੈ ਉਹ ਮੇਰੀ ਕੋਲ ਹੈ। ਇਹ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਹਨ। ਕਹਿੰਦੇ ਜਾਤ ਪਾਤ ਸੱਚ ਸੱਚਾ ਸੱਚ ਸੋਈ। ਕਹਿੰਦੇ ਸਾਰਾ ਕੁਛ ਉਹ ਸੱਚੇ ਅਕਾਲ ਪੁਰਖ ਪਰਮੇਸ਼ਰ ਦੀ ਹੁੰਦੀ ਹੈ, ਫਿਰ ਉਹਦੀ ਕੋਈ ਨਹੀਂ ਰਹਿ ਜਾਂਦੀ। ਹਉਮੈ ਮਾਰ ਮਿਲਾਏਂਦਾ, ਜਿੰਨੀ ਹਉਮੈ ਖਤਮ ਕਰਕੇ ਆਪ ਦੇ ਨਾਲ ਮਿਲ ਲੈਂਦਾ। ਫਿਰ ਅੱਗੇ ਫਰਮਾਨ ਹੈ, ਮਨ ਕਠੋਰ ਦੂਜੈ ਭਾਏ ਲਾਗਾ, ਭਰਮੇ ਭੂਲਾ ਫਿਰੈ ਅਭਾਗਾ। ਕਹਿੰਦੇ हे ਭਾਈ, ਜਿਹੜਾ ਮਨੁੱਖ ਮਾਇਆ ਦੇ ਮੋਹ ਦੇ ਵਿੱਚ ਫਸਿਆ ਰਹਿੰਦਾ ਹੈ, ਉਸ ਦਾ ਮਨ ਕਠੋਰ ਬਣਿਆ ਰਹਿੰਦਾ ਹੈ। ਉਹਦਾ ਮਨ ਕਠੋਰ ਹੁੰਦਾ ਹੈ, ਪੱਥਰ ਮਨ। ਉਹ ਮੰਦਭਾਗੀ ਮਨੁੱਖ ਭਟਕਣਾ ਵਿੱਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ। ਫਿਰ ਫਰਮਾਨ ਹੈ, ਕਰਮ ਹੋਵੇ ਤਾਂ ਸਤਿਗੁਰ ਸੇਵੇ, ਸਹਿਜੇ ਹੀ ਸੁਖ ਪਾਏਂਦਾ। ਜਦੋਂ ਉਸ ਉੱਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ ਤਾਂ ਫਿਰ ਉਹ ਗੁਰੂ ਦੀ ਸ਼ਰਨ ਪੈਂਦਾ ਹੈ ਅਤੇ ਆਤਮਿਕ ਅਡੋਲਤਾ ਵਿੱਚ ਟਿਕਿਆ ਰਹਿ ਕੇ ਆਤਮਿਕ ਆਨੰਦ ਮਾਣਦਾ। ਫਿਰ ਫਰਮਾਨ ਹੈ, 184 ਆਪ ਉਪਾਏ, ਮਾਨਸ ਜਨਮ ਗੁਰ ਭਗਤ ਦ੍ਰਿੜਾਏ। ਕਹਿੰਦੇ हे ਭਾਈ, 84 ਲੱਖ ਜੂਨਾਂ ਦੇ ਜੀਵ ਪਰਮਾਤਮਾ ਨੇ ਆਪ ਪੈਦਾ ਕੀਤੇ ਹਨ। ਉਸ ਦੀ
ਮਿਹਰ ਨਾਲ ਹੀ ਮਨੁੱਖ ਜਨਮ ਵਿੱਚ ਗੁਰੂ ਜੀਵ ਦੇ ਅੰਦਰ ਪਰਮਾਤਮਾ ਦੀ ਭਗਤੀ ਪੱਕੀ ਕਰਦਾ ਹੈ। ਇਉਂ ਕਹਿ ਲਈਏ ਵੀ 84 ਲੱਖ ਜੂਨ ਦਾ ਸਰਦਾਰ ਜਿਹੜਾ ਉਹ ਮਨੁੱਖਾ ਜਨਮ ਹੈ, ਸ੍ਰੇਸ਼ਟ ਜੂਨ ਹੈ ਮਨੁੱਖਾ ਜਨਮ ਦੀ ਜਿਹੜੀ। ਇਹਦੇ ਵਿੱਚ ਹੀ ਪਰਮਾਤਮਾ ਨਾਲ ਜੁੜਿਆ ਜਾ ਸਕਦਾ, ਹੋਰ ਕਿਸੇ ਜੂਨ ਵਿੱਚ ਨਹੀਂ ਜੁੜਿਆ ਜਾ ਸਕਦਾ। ਫਿਰ ਫਰਮਾਨ ਹੈ, ਬਿਨ ਭਗਤੀ ਵਿਸ਼ਟਾ ਵਿੱਚ ਵਾਸਾ, ਵਿਸ਼ਟਾ ਵਿੱਚ ਫਿਰ ਪਾਏਂਦਾ। ਵਿਸ਼ਟਾ ਕਿਹਨੂੰ ਕਹਿੰਦੇ? ਗੰਦਗੀ ਨੂੰ। ਕਹਿੰਦੇ ਸਤਿਗੁਰੂ ਪਾਤਸ਼ਾਹ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਜੀਵ ਦਾ ਨਿਵਾਸ, ਮਨੁੱਖ ਦਾ ਨਿਵਾਸ ਵਿਕਾਰਾਂ ਦੇ ਗੰਧ ਦੇ ਵਿੱਚ ਰਹਿੰਦਾ ਹੈ, ਗੰਦਗੀ ਦੇ ਵਿੱਚ ਵਾਸਾ ਰਹਿੰਦਾ, ਵਿਕਾਰਾਂ ਦੀ ਗੰਦਗੀ ਦੇ ਵਿੱਚ, ਪਰਮਾਤਮਾ ਦੀ ਭਗਤੀ ਤੋਂ ਬਿਨਾਂ। ਤੇ ਮੁੜ ਮੁੜ ਕੇ ਕਹਿੰਦੇ ਵਿਕਾਰਾਂ ਦੇ ਗੰਧ ਦੇ ਵਿੱਚ ਹੀ ਪਾਇਆ ਰਹਿੰਦਾ ਹੈ, ਵਿਸ਼ਟਾ ਦੀ ਗੰਦਗੀ ਦੇ ਵਿੱਚ ਹੀ ਪਿਆ ਰਹਿੰਦਾ ਪਰਮਾਤਮਾ ਦੀ ਭਗਤੀ ਤੋਂ ਬਿਨਾਂ। ਕਿੱਡੇ ਬਚਨ ਹੈ ਹੁਣ ਸਤਿਗੁਰੂ ਪਾਤਸ਼ਾਹ ਨੇ। ਜੇ ਹੁਣ ਇਹ ਸੁਣ ਕੇ ਵੀ ਨਾ ਜੁੜੀਏ ਤਾਂ ਫਿਰ ਸਮਝ ਲਓ ਵੀ ਕਿਸ ਕੈਟਾਗਰੀ ਦੇ ਵਿੱਚ ਹੁਣ ਸਤਿਗੁਰੂ ਪਾਤਸ਼ਾਹ ਕਹਿ ਰਹੇ ਹੈ ਵੀ ਜਿਹੜਾ ਨਹੀਂ ਭਗਤੀ ਪਰਮਾਤਮਾ ਦੀ ਸੇਵਾ ਭਗਤੀ ਕਰਦਾ ਉਹ ਕਿਹੜੀ ਸ਼੍ਰੇਣੀ 'ਚ ਆਉਂਦਾ, ਇੱਥੋਂ ਪੁੱਛ ਲਓ। ਫਿਰ ਅੱਗੇ ਫਰਮਾਨ ਹੈ, ਕਰਮ ਹੋਵੇ ਗੁਰ ਭਗਤੀ ਦ੍ਰਿੜਾਏ, ਵਿਣ ਕਰਮਾ ਕਿਉਂ ਪਾਇਆ ਜਾਏ। ਕਹਿੰਦੇ ਇਹ ਭਾਈ ਜਦੋਂ ਪਰਮਾਤਮਾ ਦੀ ਮਿਹਰ ਹੁੰਦੀ ਹੈ, ਗੁਰੂ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦੀ ਭਗਤੀ ਹੈ ਜਿਹੜੀ ਉਹ ਪੱਕੀ ਕਰਦਾ ਹੈ, ਦ੍ਰਿੜ ਕਰ ਦਿੰਦਾ ਹੈ। ਪ੍ਰਭੂ ਦੀ ਬਖਸ਼ਿਸ਼ ਤੋਂ ਬਿਨਾਂ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ। ਫਿਰ ਅੱਗੇ ਫਰਮਾਨ ਹੈ, ਆਪੇ ਕਰੇ ਕਰਾਏ ਕਰਤਾ, ਜਿਉ ਭਾਵੈ ਤਿਵੈ ਚਲਾਏਂਦਾ। ਕਹਿੰਦੇ ਪਰਮਾਤਮਾ ਆਪ ਹੀ ਸਭ ਕੁਝ ਕਰਦਾ ਹੈ, ਆਪ ਹੀ ਜੀਵਾਂ ਪਾਸੋਂ ਕਰਾਉਂਦਾ ਹੈ। ਜਿਵੇਂ ਉਸ ਦੀ ਰਜ਼ਾ ਹੁੰਦੀ ਹੈ ਤਿਵੇਂ ਜੀਵਾਂ ਨੂੰ ਤੋਰਦਾ ਹੈ। ਫਿਰ ਅੱਗੇ ਫਰਮਾਨ ਹੈ, ਸਿਮਰਤ ਸਾਸਤ ਅੰਤ ਨਾ ਜਾਣੈ, ਮੂਰਖ ਅੰਧਾ ਤਤ ਨਾ ਪਛਾਣੈ। ਕਹਿੰਦੇ ਹੇ ਭਾਈ ਸਿਮਰਤੀਆਂ ਸ਼ਾਸਤਰਾਂ ਦੇ ਦੱਸੇ ਕਰਮ ਕਾਂਡ, ਕਰਮ ਕਾਂਡਾਂ ਦੀ ਰਾਹੀਂ ਕਹਿੰਦੇ ਮਨੁੱਖ ਪ੍ਰਭੂ ਦੇ ਮਿਲਾਪ ਦਾ ਭੇਦ ਨਹੀਂ ਜਾਣ ਸਕਦਾ। ਇਉਂ ਕਹਿ ਲਈਏ ਜਿਹੜਾ ਕਰਮ ਕਾਂਡਾਂ ਦੇ ਵਿੱਚ ਪੈ ਗਿਆ ਉਹ ਪਰਮਾਤਮਾ ਨਾਲ ਨਹੀਂ ਮਿਲ ਸਕਦਾ। ਅਕਾਲ ਪੁਰਖ ਪਰਮੇਸ਼ਰ ਨਾਲ ਉਹਨਾਂ ਦਾ ਮਿਲਾਪ ਨਹੀਂ ਹੋ ਸਕਦਾ। ਕਰਮ ਕਾਂਡ ਕੀ ਹੈ? ਜਿਹੜੇ ਆਹ ਧਾਰਮਿਕ ਕਰਮ ਕਹਿ ਦਿੰਦੇ ਆ ਵੀ ਆਹ ਪੁੰਨ ਦਾ, ਆ ਇਹਦੇ ਕਰਨ ਨਾਲ ਆਹ ਫਲ ਮਿਲੂਗਾ, ਇਹਦੇ ਕਰਨ ਨਾਲ ਆਹ ਫਲ ਮਿਲੂਗਾ, ਉਹ ਕਰਮ ਕਾਂਡ। ਜਿਹੜਾ ਉਹਨਾਂ ਚੱਕਰਾਂ 'ਚ ਪੈ ਗਿਆ ਉਹਨੂੰ ਲੈਣ ਦੇਣ ਨੂੰ ਕੁਛ ਨਹੀਂ। ਤੇ ਫਿਰ ਫਰਮਾਨ ਹੈ, ਆਪੇ ਕਰੇ ਕਰਾਏ ਕਰਤਾ, ਆਪੇ ਭਰਮ ਭੁਲਾਏਂਦਾ। ਕਹਿੰਦੇ ਫਿਰ ਜਿਹੜਾ ਇਹਨਾਂ ਕਰਮ ਕਾਂਡਾਂ ਦੇ ਵਿੱਚ ਹੀ ਫਸਿਆ ਰਹਿੰਦਾ, ਅੰਨਾ ਮੂਰਖ ਮਨੁੱਖ ਅਸਲੀਅਤ ਨੂੰ ਸਮਝਦਾ ਨਹੀਂ। ਕਿਉਂ? ਕਰਮ ਕਾਂਡਾਂ ਦੇ ਵਿੱਚੋਂ ਕਿਹਨੇ ਕੱਢਣਾ ਸੀ? ਗੁਰਬਾਣੀ ਨੇ। ਤੇ ਜੇ ਅਗਰ ਕਈ ਵਾਰੀ ਕੀ ਹੈ ਇਹ ਵੀ ਵੇਖਿਆ, ਗੁਰਬਾਣੀ ਪੜ੍ਹਨ ਵਾਲੇ ਵੀ ਸਗੋਂ ਵੱਧ ਕਰਮ ਕਾਂਡਾਂ ਦੇ ਵਿੱਚ ਫਸੇ ਹੋਏ ਆ। ਫਿਰ ਉਹਨਾਂ ਨੇ ਤਾਂ ਸਮਝ ਲਓ ਪੜ੍ਹਿਆ ਹੀ ਨਹੀਂ, ਵਿਚਾਰਿਆ ਹੀ ਨਹੀਂ, ਬਸ ਪੜ੍ਹ ਕੇ ਸੋਚਿਆ ਹੀ ਨਹੀਂ, ਸਮਝਿਆ ਹੀ ਨਹੀਂ ਉਹਨੂੰ ਵੀ ਕੀ ਕਿਹਾ ਗੁਰੂ ਸਾਹਿਬ ਨੇ, ਉਹਨੂੰ ਵਿਚਾਰਿਆ ਹੀ ਨਹੀਂ। ਜੇ ਅਗਰ ਬਾਣੀ ਪੜ੍ਹਨ ਵਾਲਾ ਵੀ ਕਰਮ ਕਾਂਡਾਂ ਦੇ ਵਿੱਚ ਫਸਦਾ ਤਾਂ ਉਹਦਾ ਵੀ ਹਸ਼ਰ ਉਹੋ ਹੀ ਹੈ। ਉਹ ਸਮਝ ਲਓ ਇਹ ਨਹੀਂ ਗਾ ਵੀ ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ ਗੁਰੂ ਨਾਲ ਜੁੜਿਆ ਹੋਇਆ। ਭਲਾ ਦੀ ਪਹਿਰਾਵਾ ਉੱਤੋਂ ਦੀ ਧਾਰਮਿਕ ਹੀ ਪਹਿਰਾਇਆ ਹੋਵੇ, ਭਲਾ ਦੀ ਜਿੰਨਾ ਮਰਜ਼ੀ ਵੇਖਣ ਵਾਲੇ ਨੂੰ ਲੱਗਦਾ ਬੜਾ ਇਹ ਤਾਂ
गुरु का सिख है तो गुरु का प्यारा है। जे अगर बाणी पढ़ के भी कर्म कांडां दे विच है, सवाइयां पुणाइयां, चंगे माड़े, आ दिन चंगा है, आ माड़ा है, आ श्राद्ध है, आ फलाना है, आ मस्या, आ पुण्य है, इन्हां चीज़ां दे विच एक ही यही सारा कर्म कांड है। जे बाणी दे लड़ लग के बाणी पढ़ के भी ये चीज़ां अंदरों खत्म नहीं हुईयां तो समझ लो उन्हें कुछ भी नहीं, फिर बाणी पढ़ी ही नहीं, उन्हें बस उत्तों विखावा ही किया, उन्हें विचारिया तो है ही नहीं, उहदे ते अमल नहीं किया। क्यों? बाणी तो इन्हां चीज़ां चों कढ़दी है। कोई ये कला ये नहीं गा भी कला बाणी पढ़न का ही पुण्य है, उन्होंने पढ़ के समझ के उन्होंने आपदे जीवन दे विच उतारन दे नाल गल बननी है, ना कि कला पढ़न दे नाल भला नहीं महीने दे महीने सहज पाठ का भोग पाई है। जे उन्होंने आपदे जीवन दे विच उतारिया ही ना, मान लो आही कर्मकांड ही ना छड्डे, वहम भरम ही ना छड्डे, तो फिर की फायदा होया? इन्हां चों तो बांह फड़ के बाणी कढ़दी है, गुरु साहब कढ़दे है, तो फिर पुट्ठे जा के उसे दे विच डिग गई, तो फिर कहिए भी साडे पल्ले कुछ नहीं पैंदा। तो सतगुरु पातशाह की समझा रहे, कहंदे इन्हां चीज़ां दे विच फसिया होया फिर कोई समझ नहीं आउंदी उहनूं। कहंदे करतार आप ही सब कुछ करदा ते कराउंदा है, आप ही भटकना विच पा के कुराहे पाई रखदा है, पर उहदे मूहरे जाके बेनती तो करिए ना भी सानू महाराज कढ़ इन्हां दे विच जिहड़ियां दे विच पए होए हैं, असीं कोशिश तो करिए ना, ये असीं तां हुण पए होए हैं, तू सानू इन्हां चों कढ़। फिर अगे फरमाना है, सब किछ आपे आप कराए, आपे सिर सिर धंधै लाए। कहने हे भाई परमात्मा आप ही आप जीवां पासों सब कुछ कराउंदा है, हरेक जीव दे सिर दे उत्ते लिखे लेख अनुसार प्रभु आप ही हरेक नूं माया वाली दौड़ भज दे विच लाई रखदा है। फिर फरमान है, आपे थाप उथापे वेखै, गुरमुख आप बुझाएंदा। प्रभु आप ही जीवां नूं पैदा करके ते आप ही नाश करदा है, आप ही सब की संभाल करदा है, गुरु की शरण पा के आप ही सही जीवन राह की सोझी दिंदा है। हुण मान लो जे किसी उत्ते किरपा तो हो गई, मान लो भी पहला बाणी नहीं पढ़ता सी, जो पढ़न लग गया तो समझ लो किरपा तो हुई ना, भी अकाल पुरख परमेश्वर ने किरपा करती, उहदे गुरु दे नाल जोड़ता भी तू पढ़। हुण पढ़ के ते विचार के ते उहनूं जीवन दे विच तां फिर ढालना ही पऊगा ना। जे कवें भी एवें हुण थाल दे विच प्रशादा रख के कही जाए भी प्रशादा तो उहनूं आरता करना पऊगा ना, बुरकी तोड़ के मूँह च तां पाउणी पऊगी। जे कहिए भी परमात्मा ने आपे ही लिखी है तो आपे चक के पा दूगा, तो इन्ना तो नहीं हुंदा, कुछ तो करना पऊगा, कदम तो पट्टना पऊगा। इस करके सतगुरु पातशाह कहंदे भी ये आर तैनूं करना पऊगा, तो परमात्मा सब कुछ कराउण जोग वो आप ही है, तो आप ही सही जीवन की फिर सोझी दिंदा है। फिर अगे फरमान है, सच्चा साहिब गहर गंभीरा, सदा सलाही ता मन धीरा। कहने हे भाई मालिक प्रभु सदा कायम रहन वाला है, अथाह है, वड्डे जिगरे वाला है, सदा उसकी सिफत सलाह कहने करदा रह, ते ओदी सिफत सलाह करके सतगुरु पातशाह कहंदे ओदी सिफत सलाह कर, फिर तेरे अंदर तू धीरज वाला बन जाएगा, सहजता आ जाऊगी तेरे अंदर। फिर अगे फरमान है, अगम अगोचर कीमत नहीं पाई, गुरमुख मन वसाईंदा। कहने हे भाई उस अपहुँच ते अगोचर परमात्मा का मुल नहीं पाया जा सकता, वो बेअंत है, किसी भी दुनियावी पदार्थ के वट्टे वो मुल नहीं मिल सकता। गुरु की शरण पा के अपना नाम मनुख के मन विच वसाउंदा है। तो हुण आपां इत्थों ये भी सोच सकते हैं भी जिहड़ी अपने अंदर हुंदा भी आ चीज़ नाल परमात्मा खुश हो जाऊगा, आ चढ़ाउण नाल गुरु खुश हो जाऊगा। नहीं, गुरु तो खुश होना है जे तू आपदे आप नूं अर्पण करेंगा, तो
ਫਿਰ ਗੁਰੂ ਦੀ ਉਹ ਭੇਟਾ ਮਨਜ਼ੂਰ ਹੈ। ਆਪਦਾ ਮਨ ਜੇ ਅਰਪਣ ਕਰੇਗਾ ਤਾਂ ਮਨ ਦੀ ਜਿਹੜੀ ਭੇਟਾ ਹੈ, ਮਨ ਚੜਾ ਗੁਰੂ ਦੇ ਜੇ ਚੜਾਉਣਾ ਤਾਂ ਜਿਹੜਾ ਚੜਾਉਣ ਯੋਗ ਚੀਜ਼ ਹੈ ਫਿਰ ਗੱਲ ਬਣਨੀ ਹੈ। ਫਿਰ ਅੱਗੇ ਫਰਮਾਨ ਹੈ, ਆਪ ਨਿਰਾਲਮ ਹੋਰ ਧੰਦਾ ਲੋਈ, ਗੁਰ ਪ੍ਰਸਾਦੀ ਬੂਝੈ ਕੋਈ। ਕਹਿੰਦੇ ਹੈ ਭਾਈ, ਪਰਮਾਤਮਾ ਆਪ ਨਿਰਾਲਮ ਨਿਰਲੇਪ ਹੈ, ਹੋਰ ਸਾਰੀ ਲੁਕਾਈ ਮਾਇਆ ਦੀ ਦੌੜ ਭੱਜ ਦੇ ਵਿੱਚ ਖਚਤ ਰਹਿੰਦੀ ਹੈ। ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਕਿਰਪਾ ਦੇ ਰਾਹੀਂ ਉਸ ਨਾਲ ਸਾਂਝ ਪਾਉਂਦਾ ਹੈ, ਅਕਾਲ ਪੁਰਖ ਪਰਮੇਸ਼ਰ ਦੇ ਨਾਲ। ਫਿਰ ਫਰਮਾਨ ਹੈ, ਨਾਨਕ ਨਾਮ ਵਸੈ ਘਟਿ ਅੰਤਰ, ਗੁਰਮਤੀ ਮੇਲ ਮਿਲਾਏਂਦਾ। ਕਹਿੰਦੇ ਹੈ ਨਾਨਕ, ਜਿਸ ਉੱਤੇ ਗੁਰੂ ਦੀ ਕਿਰਪਾ ਹੁੰਦੀ ਹੈ, ਉਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਦਾ ਹੈ ਅਤੇ ਗੁਰੂ ਦੀ ਮੱਤ ਵਿੱਚ ਜੋੜ ਕੇ ਪ੍ਰਭੂ ਮਨੁੱਖ ਨੂੰ ਆਪਣੇ ਚਰਨਾਂ ਦੇ ਵਿੱਚ ਮਿਲਾਉਂਦਾ ਹੈ। ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ। ਵਿਚਾਰਾਂ ਕਰਦੇ ਹਾਂ, ਬੇਅੰਤ ਉਨਤਾਈਆਂ ਹੋ ਗਈਆਂ ਉਹਨਾਂ ਸਤਿਗੁਰੂ ਪਾਤਸ਼ਾਹ ਅਤੇ ਆਪ ਸੰਗਤ ਬਖਸ਼ਣਯੋਗ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।